ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਪੰਜਾਬ ਦੇ ਵਿੱਚ ਕਿਸਾਨਾਂ ਨੇ ਪੂਰਾ ਜ਼ੋਰ ਲਾ ਕੇ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਂਦਾ। ਉਹਨਾਂ ਨੂੰ ਐ ਸੀ ਵੀ ਸਾਡੇ ਜਿਹੜੇ ਦੁੱਖ ਹੈ ਉਹਨਾਂ ਨੂੰ ਹਰ ਲੂਗੀ, ਪਰ ਹੋਇਆ ਕੁਛ ਉਹਦੇ ਉਲਟੇ ਹੈ। ਪਰਸੋਂ ਚੌਥੋਂ ਤੋਂ ਪਤਾ ਲੱਗਿਆ ਵੀ ਰਿਪੋਰਟਾਂ ਪੰਜਾਬੀ ਟੂ ਨੇ ਨਸ਼ਰ ਕੀਤੀਆਂ ਨੇ ਵੀ ਕਿਸਾਨਾਂ ਦੇ ਕਰਜ਼ਈ ਕਿਸਾਨਾਂ ਦੇ ਵਾਰੰਟ ਜਾਰੀ ਹੋ ਗਏ। ਇਸ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਉੱਘੇ ਪੱਤਰਕਾਰ ਦਵਿੰਦਰਪਾਲ ਜੀ। ਦਵਿੰਦਰ ਜੀ, ਸਵਾਗਤ ਹੈ ਤੁਹਾਡਾ। ਸ਼ੁਕਰੀਆ। ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਆਪ ਨੂੰ ਬੜੇ ਜੋਸ਼ ਨਾਲ ਲੈ ਕੇ ਆਏ ਲੋਕ, ਬੜਾ ਖਾਸ ਤੌਰ 'ਤੇ ਕਿਸਾਨਾਂ ਨੇ, ਕਿਸਾਨ ਅੰਦੋਲਨ ਦੀ 'ਤੇ ਵੱਡੀ ਭੂਮਿਕਾ ਰਹੀ ਹੈ ਉਹਨਾਂ ਨੂੰ। ਪਰ ਸਭ ਤੋਂ ਵੱਡਾ ਜਿਹੜਾ ਪਹਿਲਾ ਅਟੈਕ ਕਿਸਾਨਾਂ 'ਤੇ ਹੀ ਹੋਇਆ। ਪੁਲਿਸ ਉਹਨਾਂ ਦੇ ਮਤਲਬ ਕਿ ਦੁਆਰ 'ਤੇ ਪਹੁੰਚਣ ਨੂੰ ਤਿਆਰ ਰੱਖੀ, ਉਹਨਾਂ ਜ਼ਮੀਨਾਂ ਜ਼ਬਤ ਕਰਨ ਦੀ ਤਿਆਰੀ ਚੱਲ ਰਹੀ ਹੈ। ਇਹ ਸਾਰਾ ਮਸਲਾ ਹੈ ਕੀ ਹੈ? ਦੇਖੋ, ਬਿਨਾਂ ਸ਼ੱਕ ਪੰਜਾਬ ਦੀ ਕਿਸਾਨੀ ਇਸ ਵੇਲੇ ਡੂੰਘੇ ਸੰਕਟ ਦੇ ਵਿੱਚ ਹੈ। 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਤਾਂ ਇਹ ਮੰਨਿਆ ਜਾਂਦਾ ਵੀ ਪੰਜਾਬ ਦੀ ਕਿਸਾਨੀ ਦੇ ਸਿਰ ਹੈ। ਇੱਥੋਂ ਤੱਕ ਕਿ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਕਣਕ ਦਾ ਝਾੜ ਘਟ ਗਿਆ, ਕਈ ਏਰੀਆ ਦੇ ਵਿੱਚ 25, 30, 35, 50% ਤੱਕ ਵੀ ਜਿਹੜਾ ਉਹ ਕਣਕ ਦਾ ਝਾੜ ਘਟਿਆ ਹੈਗਾ। ਇਹਦਾ ਮਤਲਬ ਇਹ ਹੈ ਵੀ ਸਿੱਧੀ ਤੋਂ ਸਿੱਧੀ ਜਿਹੜੀ ਆਰਥਿਕ ਸੱਟ ਹੈ ਕਿਸਾਨ ਨੂੰ ਵੱਜੀ ਹੈ। ਉਹਦਾ ਸਭ ਤੋਂ ਵੱਡਾ ਦੁਖਦਾਈ ਨਤੀਜਾ ਇਹ ਵੀ ਨਿਕਲ ਰਿਹਾ ਹੈ ਵੀ ਅਸੀਂ ਰੋਜ਼ਾਨਾ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ ਵੀ ਕਿਸੇ ਨਾ ਕਿਸੇ ਖੇਤਰ 'ਚੋਂ, ਕਿਸੇ ਜ਼ਿਲ੍ਹੇ 'ਚੋਂ, ਕਿਸੇ ਸਬ ਡਿਵੀਜ਼ਨ 'ਚੋਂ ਕਿਸੇ ਨਾ ਕਿਸੇ ਕਿਸਾਨ ਵੱਲੋਂ ਮੌਤ ਨੂੰ ਗਲ ਲਾ ਲੈਣ ਦੇ ਦੁਖਦਾਈ ਜਿਹੜੀਆਂ ਖਬਰਾਂ ਉਹ ਸਾਹਮਣੇ ਆ ਰਹੀਆਂ, ਆਤਮ ਹੱਤਿਆਵਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਐਨ ਉਸੇ ਦੌਰ ਦੇ ਵਿੱਚ ਜਦੋਂ ਕੋਈ ਵਿੱਤੀ ਅਦਾਰਾ, ਚਾਹੇ ਉਹ ਸਹਿਕਾਰਤਾ ਖੇਤਰ ਦਾ ਹੈ, ਚਾਹੇ ਨੈਸ਼ਨਲਾਈਜ਼ਡ ਬੈਂਕ ਹੋਵੇ, ਕਿਸ ਤਰ੍ਹਾਂ ਦਾ, ਜਦੋਂ ਕਿਸਾਨਾਂ ਨੂੰ ਕਰਜ਼ੇ ਲਈ ਇੱਦਾਂ ਦੇ ਜਿਹੜਾ ਵਾਰੰਟ ਜਾਰੀ ਕਰਦਾ, ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ, ਤਾਂ ਇਹ ਸੰਕਟ ਹੋਰ ਵੱਧ ਜਾਂਦਾ ਹੈ। ਇੱਕ ਤਰ੍ਹਾਂ ਨਾਲ ਬਲਦੀ 'ਤੇ ਤੇਲ ਪਾਉਣ ਵਾਲਾ ਕੰਮ ਹੈ। ਉਹਨਾਂ ਜ਼ਖਮਾਂ 'ਤੇ ਜਿਹੜਾ ਉਹ ਲੂਣ ਭੁੱਕਣ ਦਾ ਕੰਮ ਕਰਦਾ ਹੈ। ਅਸੀਂ ਦੇਖਿਆ ਜਾਵੇ ਤਾਂ ਇਹ ਸਿੱਧੇ ਦੇ ਸਿੱਧੇ ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ ਨੇ ਇਹਦੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ। ਤੁਹਾਨੂੰ ਯਾਦ ਹੋਊ 2017 ਦੀਆਂ ਚੋਣਾਂ ਜਿੱਤਣ ਲਈ ਕਿਵੇਂ ਕੈਪਟਨ ਅਮਰਿੰਦਰ ਸਿੰਘ ਸਟੇਜਾਂ ਤੋਂ ਸੰਘ ਪਾੜ ਕੇ ਕਹਿੰਦੇ ਸੀ ਵੀ ਕਿਸਾਨੀ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਊਗਾ। ਲੈ ਦੇ ਕੇ ਕੀਤਾ ਕਿ 4500 ਕਰੋੜ ਰੁਪਈਆ ਉਹ ਵੀ ਮੰਡੀ ਬੋਰਡ ਨੇ ਕਰਜ਼ਾ ਲੈ ਕੇ ਦਿੱਤਾ। ਉਹ ਵੀ ਕੀ ਕੀਤਾ? ਛੋਟੇ ਕਿਸਾਨਾਂ ਦਾ ਤੇ ਸਮਾਲ ਕਿਸਾਨਾਂ ਦਾ। ਬਿਨਾਂ ਸ਼ੱਕ ਪੰਜਾਬ ਦੀ ਜਿਹੜੀ ਸਮਾਲ ਜਿਹੜੇ ਸੀਮਾਂਤ ਕਿਸਾਨ ਤੇ ਸਮਾਲ ਕਿਸਾਨ, ਛੋਟੇ ਕਿਸਾਨ ਤੇ ਸੀਮਾਂਤ ਕਿਸਾਨ, ਉਹ ਇਸ ਵੇਲੇ ਬਹੁਤ ਵੱਡੇ ਸੰਕਟ 'ਚ ਨੇ। ਜ਼ਿਆਦਾਤਰ ਖੁਦਕਸ਼ੀਆਂ ਵੀ ਜਿਹੜੀਆਂ ਨੇ ਉਸੇ ਲੈਂਡ ਹੋਲਡਿੰਗ ਵਾਲੇ ਜਿਹੜੇ ਅਸੀਂ ਕਹਿੰਦੇ ਵੀ ਜਿਹੜੀਆਂ ਉਹ ਜੋਤਾਂ ਦੇ ਮਾਲਕ ਕਿਸਾਨ ਨੇ, ਉਹ ਕਿਸਾਨ ਹੀ ਵੱਡੇ ਸੰਕਟ 'ਚ ਨੇ ਤੇ ਉਹੀ ਖੁਦਕਸ਼ੀਆਂ ਕਰ ਰਹੇ ਨੇ। ਜ਼ਰੂਰਤ ਤਾਂ ਹੈ ਉਹਨਾਂ ਕਿਸਾਨਾਂ ਦੀ ਬਾਂਹ ਫੜਨ ਦੀ ਜਿਹੜੇ ਵੱਡੇ ਆਰਥਿਕ ਸੰਕਟ 'ਚੋਂ ਲੰਘ ਰਹੇ ਨੇ। ਉਹ ਉਲਟ ਰਿਹਾ ਹੈ। ਇਹ ਕਿਉਂ ਵਾਪਰ ਰਿਹਾ ਹੈ? ਜਦੋਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਨਾਲ ਇਹ ਵਾਅਦਾ ਕਰਦੀਆਂ ਨੇ ਵੀ ਅਸੀਂ ਤੁਹਾਡਾ ਕਰਜ਼ਾ ਮਾਫ ਕਰਾਂਗੇ। ਪਿਛਲੇ ਦੌਰ ਦੇ ਵਿੱਚ ਅਸੀਂ ਇਹ ਦੇਖਿਆ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਆਇਆ, ਕਾਂਗਰਸ ਪਾਰਟੀ ਸੱਤਾ 'ਚ ਆਈ, ਤਾਂ ਸਹਿਕਾਰਤਾ ਖੇਤਰ ਦੇ ਤਿੰਨਾਂ ਅਦਾਰਿਆਂ ਦਾ ਇੱਕ ਤਰ੍ਹਾਂ ਨਾਲ ਬੇੜਾ ਗਰਕ ਹੋ ਗਿਆ। ਚਾਹੇ ਉਹ ਲੈਂਡ ਮਾਰਗੇਜ ਬੈਂਕ ਹੋਵੇ, ਚਾਹੇ ਉਹ ਕੋਆਪਰੇਟਿਵ ਬੈਂਕ ਹੋਵੇ, ਚਾਹੇ ਕੋਆਪਰੇਟਿਵ ਸੁਸਾਇਟੀਆਂ ਹੋਣ। ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਰਾਜਨੀਤਿਕ ਪਾਰਟੀਆਂ ਜ਼ਿੰਮੇਵਾਰ। ਉਹਨਾਂ ਨੇ ਕਿਹਾ ਵੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ, ਕਿਸਾਨਾਂ ਨੇ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ। ਤੁਸੀਂ ਕਿਉਂ ਕਿਹਾ ਮਾਫ ਕਰਾਂਗੇ? ਤਾਂ ਉਹਨਾਂ ਨੇ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ। ਉਹਦਾ ਰਿਜ਼ਲਟ ਇਹ ਨਿਕਲਿਆ ਵੀ ਉਹ ਜਦੋਂ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ, ਉਹਨਾਂ ਕਿਸ਼ਤਾਂ ਕਰਜ਼ੇ 'ਤੇ ਜਿਹੜਾ ਡਿਫਾਲਟਿੰਗ ਅਮਾਊਂਟ, ਡਿਫਾਲਟਿੰਗ 'ਤੇ ਵਿਆਜ ਦਰ ਉਹ ਵੱਧਦਾ ਗਿਆ। ਚੋਣਾਂ ਵੇਲੇ ਫਿਰ ਜਿਹੜਾ ਵਾਅਦਿਆਂ ਦੀ ਝੜੀ ਲਾ ਦਿੱਤੀ ਗਈ। ਕਿਸਾਨਾਂ ਨੂੰ ਫਿਰ ਉਹ ਉਮੀਦਾਂ ਜਗਾਈਆਂ ਗਈਆਂ ਵੀ ਅਸੀਂ ਤੁਹਾਡਾ ਕਰਜ਼ਾ ਮਾਫ ਕਰਾਂਗੇ। ਇਸ ਤਰ੍ਹਾਂ ਨਾਲ ਜਦੋਂ ਅਸੀਂ ਦੇਖਦੇ ਹਾਂ ਲੈ ਦੇ ਕੇ ਰਾਜਨੀਤਿਕ ਪਾਰਟੀਆਂ ਵੋਟਾਂ ਬਟੋਰ ਕੇ ਕਿਸਾਨਾਂ ਨੂੰ ਵਰਗਲਾ ਕੇ ਕੁਰਸੀ ਹਾਸਲ ਕਰ ਲੈਂਦੀਆਂ ਨੇ, ਪਰ ਲੋਕਾਂ ਦੇ ਪੱਲੇ ਕੁਛ ਨਹੀਂ ਪੈਂਦਾ। ਲੋਕਾਂ ਦੇ ਪੱਲੇ ਇਸੇ ਤਰ੍ਹਾਂ ਨਿਰਾਸ਼ਾ ਪੈਂਦੀ ਹੈ ਜਿਵੇਂ ਕਿਸਾਨਾਂ ਦੇ ਵਾਰੰਟ ਨਿਕਲ ਰਹੇ ਨੇ ਅਤੇ ਕਿਸਾਨਾਂ ਦਾ ਜਿਹੜੇ ਫਾਈਨੈਂਸ਼ੀਅਲ ਹਾਲਤ ਦੇ ਵਿੱਚੋਂ ਨਿਕਲ ਰਹੇ ਨੇ। ਹੁਣ ਇਹੀ ਜੇ ਅਸੀਂ ਦੇਖਿਆ ਜਾਵੇ ਦੂਜੇ ਪਾਸੇ, ਚਾਹੇ ਉਹ 1000 ਰੁਪਇਆ ਮਹਿਲਾਵਾਂ ਨੂੰ ਦੇਣ ਦੀ ਗੱਲ ਹੋਵੇ, ਚਾਹੇ 300 ਯੂਨਿਟ ਜਿਹੜੀ ਹੈ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਬਿਜਲੀ ਮਾਫੀ ਦੀ ਗੱਲ ਹੋਵੇ, ਜਦੋਂ ਤੱਕ ਰਾਜਨੀਤਿਕ ਪਾਰਟੀਆਂ ਵਾਅਦਾ ਕਰਦੀਆਂ ਨੇ ਉਦੋਂ ਤਾਂ ਕੋਈ ਕੰਡੀਸ਼ਨ ਨਹੀਂ ਹੁੰਦੀ, ਕੋਈ ਸ਼ਰਤ ਨਹੀਂ ਹੁੰਦੀ। ਸਾਰੇ ਪਰਿਵਾਰਾਂ ਨੂੰ ਹੋਊ, ਸਭ ਨੂੰ ਹੋਊ, ਸਾਰੀਆਂ ਔਰਤਾਂ ਨੂੰ ਮਿਲੂ 18 ਸਾਲ ਤੋਂ ਉੱਪਰ ਦੀਆਂ ਨੂੰ। ਹੁਣ ਸ਼ਰਤਾਂ ਖੜੀਆਂ ਹੋ ਜਾਂਦੀਆਂ ਨੇ। ਇਹ ਕਿਉਂ ਨਹੀਂ ਪਹਿਲਾਂ ਹੀ ਪਾਲਿਸੀ ਬਣਦੀ ਵੀ ਜੇ ਅਸੀਂ ਕਰਜ਼ਾ ਮਾਫ ਕਰਨਾ ਹੈ ਤਾਂ ਜਿਹਨੇ 2 ਲੱਖ ਦਾ ਕਰਜ਼ਾ ਲਿਆ ਹੈ, 1 ਲੱਖ ਦਾ ਕਰਜ਼ਾ ਲਿਆ ਹੈ, ਜਿਹੜੀ ਲੈਂਡ ਹੋਲਡਿੰਗ ਜਿਹੜੀ ਆ 2 ਏਕੜ ਦੀ, 3 ਏਕੜ ਦੀ, 5 ਏਕੜ ਦੀ, ਉਹਨੂੰ ਚਾਹੀਦਾ ਹੈ ਤਾਂ ਜੋ 10 ਏਕੜ ਵਾਲਾ, 20 ਏਕੜ ਵਾਲਾ, 50 ਏਕੜ ਵਾਲਾ ਕਿਸਾਨ ਆਪਦਾ ਕਰਜ਼ਾ ਵਾਪਸ ਕਰੇ। ਇਹਦੇ ਨਾਲ ਇੱਕ ਹੋਰ ਦੁਖਦਾਈ ਪਹਿਲੂ ਹੁੰਦਾ ਹੈ। ਜਿਹੜੇ ਕਿਸਾਨ ਚੰਗਾ ਭਲਾ ਕਰਜ਼ਾ ਵਾਪਸ ਕਰ ਰਹੇ ਹੁੰਦੇ ਨੇ ਫਾਈਨੈਂਸ਼ੀਅਲ ਅਦਾਰਿਆਂ ਨੂੰ, ਉਹ ਵੀ ਕਰਜ਼ਾ
ਭਰਨਾ ਜਿਹੜਾ ਉਹ ਬੰਦ ਕਰ ਦਿੰਦੇ ਨੇ। ਉਹ ਕਰਨ ਵੀ ਕਿਉਂ ਨਾ? ਤੁਸੀਂ ਸਰਕਾਰਾਂ ਕੀ ਕਰਦੀਆਂ ਨੇ? ਡਿਫਾਲਟਰਸ ਨੂੰ ਤਾਂ ਬੈਨੀਫਿਟ ਦੇ ਦਿੰਦੀਆਂ ਨੇ। ਜਿਹੜਾ ਚੰਗਾ ਭਲਾ ਕਰਜ਼ਾ ਮੋੜ ਰਿਹਾ ਹੈ ਉਹਨੂੰ ਆਮ ਤੌਰ ਤੇ ਕੋਈ ਫਾਇਦਾ ਨਹੀਂ ਹੁੰਦਾ। ਉਹ ਕਹਿੰਦੇ ਫਿਰ ਮੈਨੂੰ ਇਹਦਾ ਮਤਲਬ ਸਜ਼ਾ ਇਹੀ ਮਿਲੀ, ਚਾਹੇ ਮੈਂ ਮੱਝ ਵੇਚ ਕੇ ਕਿਸ਼ਤ ਭਰੀ, ਚਾਹੇ ਮੈਂ ਬਲਦ ਵੇਚ ਕੇ ਕਿਸ਼ਤ ਭਰੀ, ਚਾਹੇ ਮੈਂ ਖੇਤ ਚੋਂ ਦਰਖਤ ਵੱਢ ਕੇ ਕਿਸ਼ਤ ਭਰੀ। ਮੈਂ ਤਾਂ ਇੱਕ ਸਾਊ ਪੁੱਤ ਦੇ ਵਾਂਗੂ ਫਾਈਨੈਂਸ਼ੀਅਲ ਅਦਾਰੇ ਦੀ ਗੱਲ ਮੰਨੀ ਵੀ ਤਾਂ ਜੋ ਮੇਰੀ ਕਿਸ਼ਤ ਨਾ ਟੁੱਟੇ, ਮੇਰੇ ਡਿਫਾਲਟਰ ਹੋਣ ਦਾ ਠੱਪਾ ਨਾ ਲੱਗੇ। ਮੈਂ ਕੁਝ ਵੀ ਚਾਹੇ ਆਪਦੀ ਪਤਨੀ ਦੇ ਗਹਿਣੇ ਵੇਚੇ, ਉਹਨੇ ਆਪਦੀ ਕਿਸ਼ਤ ਜਿਹੜੀ ਆ ਉਹ ਸਮੇਂ ਸਿਰ ਭਰਤੀ। ਜਿਹੜੇ ਬੰਦੇ ਉਹਨਾਂ 'ਚ ਕਈ ਸਰਦੇ ਪੁੱਜਦੇ ਵੀ ਹੁੰਦੇ ਨੇ ਜਿਹੜੇ ਕਿਸ਼ਤਾਂ ਨਹੀਂ ਭਰਦੇ, ਜਿਹੜੇ ਨਹੀਂ ਭਰਦੇ ਉਹਨਾਂ ਨੂੰ ਜਿਹੜਾ ਸਰਕਾਰਾਂ ਇਸ ਤਰ੍ਹਾਂ ਦੇ ਫਾਇਦੇ ਜਿਹੜੇ ਦਿੰਦੀਆਂ ਨੇ। ਇਸ ਲਈ ਸਰਕਾਰਾਂ ਦੇ ਜਿਹੜੇ ਸਹੀ ਨੀਤੀਆਂ ਨਾ ਹੋਣ ਕਰਕੇ, ਚਾਹੇ ਉਹ ਬਿਜਲੀ ਮਾਫੀ ਦਾ ਮੁੱਦਾ ਹੋਵੇ, ਚਾਹੇ ਉਹ 1000 ਰੁਪਇਆ ਮਹਿਲਾ ਨੂੰ ਦੇਣ ਦੀ ਗੱਲ ਹੋਵੇ, ਬੇਸ਼ੱਕ ਕਰਜ਼ਾ ਮਾਫੀ ਦਾ ਹੋਵੇ, ਜਦੋਂ ਸਰਕਾਰਾਂ ਦੀਆਂ ਰਾਜਨੀਤਿਕ ਪਾਰਟੀਆਂ ਦੀਆਂ ਨੀਤੀਆਂ ਅਸਪਸ਼ਟ ਹੋਣਗੀਆਂ, ਲੋਕਾਂ ਨੂੰ ਗੁੰਮਰਾਹ ਕਰਕੇ ਸਿਰਫ ਸੱਤਾ ਹਾਸਲ ਕਰਨ ਵਾਲੀਆਂ ਹੋਣਗੀਆਂ, ਤਾਂ ਲੋਕ ਵੀ ਰੁਲਣਗੇ, ਲੋਕ ਖੁੱਲਣਗੇ, ਲੋਕ ਪਛਤਾਉਣਗੇ ਵੀ ਅਸੀਂ ਕਿਹੋ ਜਿਹਾ ਨਿਜ਼ਾਮ ਚੁਣ ਲਿਆ, ਕਿਹੋ ਜਿਹਾ ਨਿਜ਼ਾਮ ਲਿਆ, ਤੇ ਅਦਾਰਿਆਂ ਦਾ ਭੱਠਾ ਵੀ ਬੈਠੂਗਾ। ਅੱਛਾ, ਇਹਦੇ ਨਾਲ ਇੱਕ ਗੱਲ ਜੁੜਦੀ ਹੈ ਵੀ ਇਸ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਕੀ ਭੂਮਿਕਾ ਹੈ? ਦੇਖੋ ਜੀ, ਕਿਸਾਨ ਜਥੇਬੰਦੀਆਂ ਦੀ ਤਾਂ ਚਲੋ ਸਿੱਧੀ ਭੂਮਿਕਾ ਤਾਂ ਇਹੀ ਹੁੰਦੀ ਹੈ ਵੀ ਕਿਸਾਨੀ ਦੇ ਨਾਲ ਖੜੇ ਨੇ, ਖੜਨਾ ਵੀ ਚਾਹੀਦਾ। ਉਹ ਕਿਸਾਨ ਜਥੇਬੰਦੀ ਕਾਹਦੀ ਹੈ ਜਿਹੜੀ ਕਿਸਾਨੀ ਦੇ ਨਾਲ ਨਹੀਂ ਖੜੂਗੀ? ਪਰ ਇਹ ਸਭ ਤੋਂ ਵੱਡਾ ਮੁੱਦਾ ਇਹ ਹੈ ਵੀ ਕਿਸਾਨ ਜਥੇਬੰਦੀਆਂ ਇਸ ਗੱਲ ਲਈ ਤਾਂ ਲੜਦੀਆਂ ਨੇ ਹਮੇਸ਼ਾ ਵੀ ਕਿਸਾਨੀ ਦਾ ਕਰਜ਼ਾ ਮਾਫ ਕਰੋ। ਠੀਕ ਹੈ, ਉਹਨਾਂ ਦਾ ਏਜੰਡਾ ਲੜਨਾ ਚਾਹੀਦਾ ਕਿਸਾਨੀ ਨੂੰ ਫਾਇਦੇ ਲਈ। ਪਰ ਜਦੋਂ ਸਰਕਾਰਾਂ ਨਾਲ ਬੈਠਦੀਆਂ ਤੇ ਕਿਸਾਨੀ ਨੂੰ ਜਿਹੜਾ ਹੈ ਉਹਨਾਂ ਦਾ ਇੱਕ ਅਸੀਂ ਇਹ ਕਹਿ ਲਈਏ ਵੀ ਆਮਦਨ ਵਧਾਉਣ ਵਾਲਾ ਜਿਹੜਾ ਹੈਗਾ ਵੀ ਜਿਹੜੀ ਖੇਤੀ ਹੈ ਉਹਨੂੰ ਲਾਹੇਵੰਦ ਬਣਾਉਣ ਲਈ ਸਰਕਾਰਾਂ ਤੇ ਉਸ ਕਿਸਮ ਦਾ ਦਬਾਅ ਵੀ ਜਿਹੜਾ ਹੈ ਉਹ ਨਾਲੋਂ ਨਾਲ ਪੈਂਦਾ ਰਹਿਣਾ ਚਾਹੀਦਾ ਹੈਗਾ, ਤਾਂ ਜੋ ਨਾ ਤਾਂ ਵਾਰੰਟ ਨਿਕਲਣ ਦੀ ਨੌਬਤ ਆਵੇ, ਨਾ ਖੁਦਕੁਸ਼ੀਆਂ ਦੀ ਨੌਬਤ ਆਵੇ, ਤੇ ਨਾਲ ਜੇ ਅਸੀਂ ਦੇਖਦੇ ਹਾਂ ਵੀ ਚੰਗਾ ਪਰਿਵਾਰ ਆਪਦਾ ਬੱਚਾ ਜਿਹੜਾ ਉਹ ਅੱਛੇ ਸਕੂਲ 'ਚ ਪੜ੍ਹਾ ਸਕਦਾ ਹੈ, ਤਾਂ ਕਿਸਾਨ ਵੀ ਜਿਹੜਾ ਛੋਟਾ ਕਿਸਾਨ ਹੈ ਉਹ ਆਪਦਾ ਜਿਹੜਾ ਬੱਚਾ ਹੈ ਉਹ ਅੱਛੇ ਸਕੂਲ 'ਚ ਕਿਉਂ ਨਹੀਂ ਪੜ੍ਹਾਊ, ਅੱਛੇ ਹਸਪਤਾਲ 'ਚ ਇਲਾਜ ਕਿਉਂ ਨਾ ਕਰਾਵੇ, ਤੇ ਸਾਰੀਆਂ ਸਹੂਲਤਾਂ ਲੈਣ ਦਾ ਹੱਕਦਾਰ ਉਹ ਵੀ ਹੋਣਾ ਚਾਹੀਦਾ। ਨਹੀਂ, ਹੁਣ ਪਿੱਛੇ ਜੇ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਹੀ ਇਹ ਸਾਰਾ ਹੋਇਆ। ਇਸ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਜਾਂ ਮਜ਼ਦੂਰ ਨੇ, ਸਭ ਤੋਂ ਵੱਧ ਜਿਹੜੀ ਨੁਮਾਇੰਦਗੀ ਸੱਤਾ ਦੇ ਵਿੱਚ ਦੋਵਾਂ ਧਿਰਾਂ ਦੀਆਂ, ਚਾਹੇ ਦਲਿਤਾਂ ਦੀਆਂ ਚਾਹੇ ਕਿਸਾਨਾਂ ਦੀਆਂ, ਇਹ ਦੋਵੇਂ ਧਿਰਾਂ ਫੇਰ ਵੀ ਪੀੜਤ ਰਹਿੰਦੀਆਂ ਨੇ। ਕੀ ਇਹਨਾਂ ਦੀਆਂ ਨੀਤਾਂ ਠੀਕ ਨਹੀਂ? ਸੱਤਾ ਜਾ ਕੇ ਸਾਰੇ ਇੱਕੋ ਜਿਹੇ ਹੋ ਜਾਂਦੇ ਨੇ? ਹਾਂ, ਅਸੀਂ ਜਿਹਨੂੰ ਦੇਖਦੇ ਆਂਗੇ ਵੀ ਜਦੋਂ ਬੰਦਾ ਕੁਰਸੀ ਤੇ ਬੈਠ ਜਾਂਦਾ ਨਾ ਉਦੋਂ ਕਿਰਦਾਰ ਹੋਰ ਹੁੰਦਾ ਹੈ, ਜਦੋਂ ਕੁਰਸੀ ਤੋਂ ਬਾਹਰ ਹੁੰਦਾ ਹੈ ਉਦੋਂ ਕਿਰਦਾਰ ਹੋਰ ਹੁੰਦਾ ਹੈ। ਮਿਸਾਲ ਦੇ ਤੌਰ ਤੇ 2014 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਅਜੇ ਪਾਵਰ 'ਚ ਨਹੀਂ ਸੀ ਆਈ, ਉਦੋਂ ਕਹਿੰਦੇ ਸੀ ਵੀ ਡਾਕਟਰ ਸਵਾਮੀਨਾਥਨ ਦੀਆਂ ਸਾਰੀਆਂ ਸਿਫਾਰਿਸ਼ਾਂ ਲਾਗੂ ਕਰਕੇ ਹੀ ਕਿਸਾਨਾਂ ਨੂੰ ਜਿਹੜਾ ਫਸਲਾਂ ਦਾ ਲਾਹੇਵੰਦ ਭਾਅ ਦਿੱਤਾ ਜਾਊ, ਸਮਰਥਨ ਮੁੱਲ ਦੇ ਮੁਤਾਬਕ ਫਸਲਾਂ ਦੀ ਖਰੀਦ ਹੋਊਗੀ। 2014 ਤੋਂ ਲੈ ਕੇ ਅੱਜ ਤੱਕ 8 ਸਾਲਾਂ 'ਚ ਨਾ ਤਾਂ ਡਾਕਟਰ ਸਵਾਮੀਨਾਥਨ ਦੀ ਜਿਹੜੀ ਹੈ ਰਿਪੋਰਟ ਲਾਗੂ ਹੋਈ ਹੈ, ਉਲਟਾ 3 ਅਜਿਹੇ ਖੇਤੀ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਨੇ ਸਾਰੇ ਮੁਲਕ ਦੇ ਵਿੱਚ ਕਿਸਾਨਾਂ ਨੂੰ ਸੰਘਰਸ਼ ਲੜਨ ਲਈ ਮਜਬੂਰ ਕੀਤਾ, ਤੇ ਮੋਦੀ ਸਰਕਾਰ ਨੂੰ ਉਹ ਜਿਹੜੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤੇ, ਕਿਉਂਕਿ ਇਹ ਪੱਕੇ ਤੌਰ ਤੇ ਧਾਰਨਾ ਬਣ ਗਈ ਸੀ। ਜਿਹੜਾ ਕਾਨੂੰਨ ਵੀ ਲੱਗਦਾ ਸੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਵੀ ਇਹ ਸਿਰਫ ਤੇ ਸਿਰਫ ਕਾਰਪੋਰੇਟ ਪੱਖੀ ਜਿਹੜੇ ਹੈ ਉਹ ਕਾਨੂੰਨ ਨੇ, ਸਿਰਫ ਸਰਕਾਰ ਆਪਣੇ ਖਾਸ ਜਿਹੜੇ ਹੈ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਇਸ ਤਰ੍ਹਾਂ ਦੇ ਕਾਨੂੰਨ ਲਿਆਈ ਰਹੀ ਹੈ ਜਿਹਦੇ ਨਾਲ ਕਿਸਾਨੀ ਦਾ ਪੱਠਾ ਬੈਠ ਸਕਦਾ ਹੈ। ਇਸ ਲਈ ਜਦੋਂ ਅਸੀਂ ਦੇਖਦੇ ਹਾਂ ਦੋਗਲਾ ਕਿਰਦਾਰ ਤੇ ਅਸਲੀਅਤ ਤੋਂ ਉਲਟ ਜਿਹੜਾ ਸਾਰਾ ਕੁਝ ਦੇਖਦੇ ਹਾਂ ਉਹ ਸਾਡੇ ਸਾਹਮਣੇ ਹੈ ਵੀ ਜੇ ਮੋਦੀ 2014 ਤੋਂ ਪਹਿਲਾਂ ਕਹਿੰਦਾ ਸਵਾਮੀਨਾਥਨ ਦੀ ਰਿਪੋਰਟ ਲਿਆਉਂ ਤੇ ਉਸ ਤੋਂ ਬਾਅਦ ਕਿਸਾਨੀ ਦਾ ਬੇੜਾ ਗਰਕ ਕਰਨ ਦੇ ਦੋਸ਼ ਲੱਗਦੇ ਨੇ ਵੀ 3 ਕਾਨੂੰਨ ਲਿਆਂਦੇ, ਉਹੋ ਜਿਹਾ ਹਾਲ ਅਸੀਂ ਰਾਜਾਂ 'ਚ ਦੇਖਦੇ ਹਾਂ, ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ। ਹੁਣ ਤਾਂ ਆਪ ਦਾ ਵੀ ਦੇਖ ਲਿਆ, ਇਹ ਤੋਂ ਪਹਿਲਾਂ ਤਾਂ ਆਪ ਚਲੋ ਸੱਤਾ 'ਚ ਨਹੀਂ ਸੀ ਆਈ, ਤੇ ਲੱਗਦਾ ਹੈ ਵੀ ਜਦੋਂ ਲੋਕਾਂ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਉਦੋਂ ਜਿਹੜਾ ਕਿਰਦਾਰ ਤੇ ਉਦੋਂ ਅਸਲੀਅਤ ਜਿਹਨੂੰ ਫੈਸਲੇ ਲੈਣ ਵੇਲੇ ਹੱਥ ਕੰਬਦੇ ਆ ਸਭ ਦੇ। ਅੱਛਾ ਦਵਿੰਦਰ ਜੀ, ਹੁਣ ਜਿਹੜਾ ਕਿਸਾਨਾਂ ਦੇ ਵਾਰੰਟ ਜਾਰੀ ਹੋਏ ਹੈ, ਭਵਿੱਖ 'ਚ ਕਿਸਾਨਾਂ ਦੀ ਹਾਲਤ ਸੁਧਰੇ ਤੇ ਉਹਨਾਂ ਨੂੰ ਇਹੋ ਜਿਹੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਹਦੇ ਲਈ ਕੋਈ ਹੱਲ? ਦੇਖੋ, ਜਿਵੇਂ ਪਹਿਲਾਂ ਵੀ ਗੱਲ ਚੱਲਦੀ ਸੀ ਵੀ ਕੇਂਦਰ ਸਰਕਾਰ 23 ਫਸਲਾਂ ਦਾ ਜਿਹੜਾ ਉਹ ਸਮਰਥਨ ਮੁੱਲ ਐਲਾਨਦੀ ਹੈ, ਪਰ ਖਰੀਦ ਤਾਂ 2 ਫਸਲਾਂ ਦੀ ਹੁੰਦੀ ਹੈ, ਕੰਪਲਸਰੀ ਖਰੀਦ ਕਣਕ ਤੇ ਝੋਨੇ ਦੀ। ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਚਾਰਕ ਸੀ, ਜਿਹੜੇ ਇਹਨਾਂ ਦੇ MLA ਜਿੱਤੇ ਹੋਏ ਨੇ, ਉਹ ਸਟੇਜਾਂ ਤੋਂ ਕਹਿੰਦੇ ਸੀ ਅਸੀਂ ਸਬਜ਼ੀਆਂ ਦਾ ਵੀ ਸਮਰਥਨ ਮੁੱਲ ਦੇਵਾਂਗੇ, ਅਸੀਂ 23 ਫਸਲਾਂ ਦਾ ਵੀ ਸਮਰਥਨ ਮੁੱਲ ਦੇਵਾਂਗੇ। ਇਸ ਲਈ ਚਾਹੀਦਾ ਤਾਂ ਇਹ ਹੈ ਵੀ ਜਿੱਥੇ ਕਿਸੇ ਖਿੱਤੇ ਦੇ ਵਿੱਚ ਕੋਈ ਹੋਰ ਫਸਲ ਹੁੰਦੀ ਹੈ, ਚਾਹੇ ਸਬਜ਼ੀਆਂ ਹੁੰਦੀਆਂ ਹੈ, ਚਾਹੇ ਮੱਕੀ ਹੁੰਦੀ ਹੈ, ਚਾਹੇ ਆਲੂ ਹੁੰਦੇ ਨੇ, ਚਾਹੇ ਕੋਈ ਕਿਸੇ ਤਰ੍ਹਾਂ ਦੀ ਫਸਲ ਹੁੰਦੀ ਹੈ, ਚਾਹੇ ਸੂਰਜਮੁਖੀ ਹੁੰਦੀ ਹੈ, ਦਾਲਾਂ ਹੁੰਦੀਆਂ ਨੇ, ਤਾਂ ਜੋ ਕਿਸਾਨੀ ਦਾ ਪੱਧਰ ਉੱਚਾ ਚੁੱਕਣ ਲਈ ਅੱਜ ਮੁਲਕ ਦੇ ਹੁਣ ਯੂਕਰੇਨ ਤੇ ਰੂਸ ਦੇ ਵਿੱਚ
ਇੱਕ ਪਾਸੇ ਤਾਂ ਜੰਗ ਲੱਗੀ ਹੈ, ਉਹਦੇ ਨਾਲ ਕਣਕ ਦਾ ਜਿਹੜੀ ਕਮੀ ਹੈ ਉਹ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਸਾਹਮਣੇ ਆਊਗੀ। ਪੰਜਾਬ ਦੇ ਵਿੱਚ ਕਣਕ ਦੀ ਪ੍ਰੋਡਕਸ਼ਨ ਜਿਹੜੀ ਹੈ 40-45% ਤੱਕ ਘਟ ਗਈ। ਤਾਂ ਇਹਦਾ ਮਤਲਬ ਇਹ ਹੈ ਵੀ ਕਣਕ ਦਾ ਹੋਰ ਅਕਾਲ ਪਊਗਾ, ਕਣਕ ਦੀ ਤਾਂ ਲੋੜ ਪੈਣੀ ਹੈ। ਇੱਥੇ ਭਾਰਤ ਸਰਕਾਰ ਹੁਣ ਕਹੂਗੀ ਪੰਜਾਬ ਨੂੰ ਕਣਕ ਬੀਜੋ। ਇਸ ਤੋਂ ਪਹਿਲਾਂ ਕਹਿੰਦੇ ਸੀ ਵੀ ਤੁਹਾਡਾ ਕਣਕ ਚੱਕਣੀ, ਝੋਨਾ ਚੱਕਣਾ ਸਾਡੇ ਲਈ ਲਾਹੇਵੰਦ ਨਹੀਂ ਗਾ। ਇਸ ਲਈ ਸਰਕਾਰਾਂ ਨੂੰ ਜੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ, ਜੇ ਕੇਰਲਾ ਸਰਕਾਰ ਸਬਜ਼ੀਆਂ ਦਾ ਸਮਰਥਨ ਮੁੱਲ ਦੇ ਸਕਦੀ ਹੈ, ਤਾਂ ਪੰਜਾਬ ਸਰਕਾਰ ਨੂੰ ਇਹੋ ਜਿਹੀ ਪਾਲਿਸੀ ਬਣਾਉਣੀ ਚਾਹੀਦੀ ਹੈ ਵੀ ਜਿਹਦੇ ਨਾਲ ਕਿਸਾਨ ਕਰਜ਼ਾ ਮੋੜ ਸਕਣ, ਸਰਕਾਰੀ ਅਦਾਰਿਆਂ ਨੂੰ ਵੀ ਵਾਰੰਟ ਜਾਰੀ ਕਰਕੇ ਕਿਸਾਨਾਂ ਨੂੰ ਅਰੈਸਟ ਕਰਨ ਦੀ ਲੋੜ ਨਾ ਪਵੇ, ਕਿਸਾਨਾਂ ਦੀ ਆਮਦਨ ਵਧੇ, ਉਹ ਕਰਜ਼ੇ ਲੈਣ, ਸਰਕਾਰਾਂ ਖੁਸ਼ੀ-ਖੁਸ਼ੀ ਕਰਜ਼ੇ ਦੇਣ, ਵਿੱਤੀ ਅਦਾਰੇ ਖੁਸ਼ੀ-ਖੁਸ਼ੀ ਕਰਜ਼ੇ ਦੇਣ, ਤੇ ਕਿਸਾਨਾਂ ਦੀ ਆਮਦਨ ਇੰਨੀ ਕੁ ਹੋਵੇ ਉਹ ਖੁਸ਼ੀ-ਖੁਸ਼ੀ ਉਹਨਾਂ ਦੀਆਂ ਕਿਸ਼ਤਾਂ ਭਰਨ। ਜਦੋਂ ਕਿਸ਼ਤਾਂ ਹੀ ਭਰੀ ਜਾਣਗੀਆਂ, ਕਿਸਾਨੀ ਲਾਹੇਵੰਦ ਵੀ ਰਹੂ, ਤਾਂ ਇਹੋ ਜਿਹੇ ਸੰਕਟ ਨਹੀਂ ਹੋਣੇ। ਉਹਦਾ ਤਾਂ ਹੈ ਵੀ ਜੇ ਸਰਕਾਰ ਦੀ ਤੇ ਰਾਜਨੀਤਿਕ ਲੋਕਾਂ ਦੀ ਨੀਅਤ ਸਾਫ਼ ਹੋਊਗੀ। ਬਹੁਤ ਬਹੁਤ ਸ਼ੁਕਰੀਆ ਦਵਿੰਦਰ ਜੀ। ਗੱਲ ਇਹੀ ਮੁੱਕਦੀ ਹੈ ਕਿ ਨੀਤ ਸਾਫ਼ ਹੋਣੀ ਚਾਹੀਦੀ ਹੈ। ਅੱਜ ਲਈ ਇੰਨਾ, ਕੱਲ੍ਹ ਫਿਰ ਮਿਲਾਂਗੇ। ਧੰਨਵਾਦ।